ਮੇਰੀ ਸਹੇਲੀ ਲੇਡੀ ਕਾਂਸਟੇਬਲ ਸੀ। ਉਸ ਦਾ ਨਾਂ ਰੋਹਿਣੀ ਹੈ। ਅਸੀਂ ਨਿੱਕੇ ਹੁੰਦੇ ਤੋਂ ਹੀ ਸਹੇਲੀਆਂ ਸੀ, ਇਕੱਠੇ ਪੜ੍ਹੇ ਸੀ। ਉਸ ਨੂੰ ਪੁਲਿਸ ਦੀ ਨੌਕਰੀ ਬਹੁਤ ਪਸੰਦ ਸੀ। ਉਸ ਨੇ ਮੈਨੂੰ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਦੱਸੀ, ਜੋ ਕਿ ਤੁਹਾਡੇ ਹੋਸ਼ ਉਡਾ ਦੇਵੇਗੀ। ਇਹ ਕਹਾਣੀ ਮੀਨਾ ਦੀ ਹੈ, ਜੋ 20 ਦਿਨ ਪਹਿਲਾਂ ਹੀ ਜੇਲ੍ਹ ਵਿੱਚ ਆਈ ਸੀ। ਉਸ ਨੇ ਆਪਣੀ ਸਾਰੀ ਗੱਲ ਮੇਰੀ ਸਹੇਲੀ ਰੋਹਿਣੀ ਨੂੰ ਦੱਸੀ। ਉਹ ਜਦੋਂ ਜੇਲ੍ਹ ਵਿੱਚ ਆਈ ਸੀ ਤਾਂ ਸਾਰੇ ਮੁਹੱਲੇ ਨੇ ਉਸ ਨੂੰ ਤਾਨੇ ਮਾਰੇ। ਮੀਨਾ ਦੇ ਆਂਢ-ਗੁਆਂਢ ਵਾਲੇ ਕਹਿ ਰਹੇ ਸਨ ਕਿ ਆਪਣੇ ਸਿੱਧੇ-ਸਾਦੇ ਘਰਵਾਲੇ ਨੂੰ ਮਾਰ ਦਿੱਤਾ ਅਤੇ ਆਪਣੇ ਆਪ ਨੂੰ ਨਰਕ ਵਿੱਚ ਸੁੱਟ ਲਿਆ। ਰੱਬ ਮੇਰੇ ਵਰਗੀਆਂ ਔਰਤਾਂ ਨੂੰ ਕਦੀ ਮਾਫ਼ ਨਹੀਂ ਕਰੇਗਾ। ਇਸ ਨੂੰ ਫਾਂਸੀ ਦੀ ਸਜ਼ਾ ਮਿਲੇ। ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਮੈਂ ਹੀ ਚਰਿੱਤਰਹੀਣ ਹਾਂ ਤੇ ਮੇਰੇ ਸ਼ਰੀਫ ਘਰਵਾਲੇ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਸ ਨੂੰ ਮਾਰ ਦਿੱਤਾ। ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਤਾਂ ਸਭ ਨੂੰ ਨਜ਼ਰ ਆਉਂਦਾ ਤੇ ਦੂਜਾ ਬਸ ਆਪ ਨੂੰ ਹੀ ਦਿਸਦਾ ਹੈ। ਮੇਰੇ ਵਿਆਹ ਨੂੰ ਪੂਰੇ 2 ਸਾਲ ਹੋ ਗਏ ਸਨ। ਮੇਰਾ ਘਰਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ। ਉਹ ਤਾਂ ਮੇਰੇ ਸਾਹਾਂ ਵਿੱਚ ਸਾਹ ਲੈਂਦਾ ਸੀ। ਮੈਂ ਆਪਣੇ ਆਪ ਨੂੰ ਕਰਮਾਂ ਵਾਲੀ ਮੰਨਦੀ ਸੀ ਕਿ ਮੈਨੂੰ ਇਹੋ ਜਿਹਾ ਘਰਵਾਲਾ ਮਿਲਿਆ ਸੀ। ਪਰਮਾਤਮਾ ਦਾ ਸ਼ੁਕਰ ਕਰਦੀ ਸੀ ਕਿ ਮੈਨੂੰ ਉਸਨੇ ਇੰਨਾ ਵਧੀਆ ਹਮਸਫ਼ਰ ਦਿੱਤਾ ਹੈ। ਸਮੇਂ ਦੇ ਨਾਲ-ਨਾਲ ਸਭ ਬਦਲ ਰਿਹਾ ਸੀ। ਉਸ ਦਾ ਵਰਤਾਵ ਮੇਰੇ ਨਾਲ ਬਦਲ ਰਿਹਾ ਸੀ। ਹੁਣ ਉਹ ਮੇਰੇ ਨਾਲ ਚਿੜਿਆ ਹੀ ਰਹਿੰਦਾ, ਮੈਨੂੰ ਬੁਲਾਉਂਦਾ ਨਾ। ਉਸ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਮੈਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ। ਉਹ ਹੁਣ ਸਾਰੀ ਰਾਤ ਬਾਹਰ ਰਹਿੰਦਾ ਤੇ ਜਦੋਂ ਆਉਂਦਾ ਉਸ ਦੇ ਕੱਪੜਿਆਂ 'ਤੇ ਦਾਗ ਲੱਗੇ ਹੁੰਦੇ। ਪਰਫਿਊਮ ਦੀ ਮਹਿਕ ਆਉਂਦੀ ਸੀ। ਜਦੋਂ ਮੈਂ ਪੁੱਛਦੀ ਤਾਂ ਮੈਨੂੰ ਗੁੱਸੇ ਨਾਲ ਗਾਲਾਂ ਕੱਢਦਾ, ਕਦੀ ਕਮਰੇ ਵਿੱਚ ਬੰਦ ਕਰ ਦਿੰਦਾ ਤੇ ਮੇਰੇ 'ਤੇ ਹੱਥ ਚੁੱਕਦਾ। ਮੈਨੂੰ ਇਹ ਲੱਗਦਾ ਸੀ ਕਿ ਮੈਂ ਕੈਦ ਵਿੱਚ ਹਾਂ। ਇੱਕ ਦਿਨ ਮੇਰਾ ਘਰਵਾਲਾ ਸਵੇਰੇ ਘਰ ਆਇਆ। ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਘੂਰ ਕੇ ਦੇਖਿਆ ਤੇ ਮੈਂ ਪੁੱਛਿਆ ਕਿ ਤੁਸੀਂ ਸਾਰੀ ਰਾਤ ਕਿੱਥੇ ਸੀ? ਮੈਂ ਉਡੀਕ ਰਹੀ ਸੀ। ਉਸ ਨੇ ਮੇਰੇ ਵੱਲ ਦੇਖਿਆ। ਉਸ ਦੀਆਂ ਅੱਖਾਂ ਲਾਲ ਸੀ। ਉਸ ਨੇ ਮੇਰੇ ਵੱਲ ਦੇਖ ਕੇ ਕਿਹਾ, ਸਵੇਰੇ-ਸਵੇਰੇ ਮੇਰਾ ਦਿਮਾਗ ਕਿਉਂ ਖਰਾਬ ਕਰ ਰਹੀ ਹੈ? ਗਵਾਰ ਔਰਤ, ਇੱਥੋਂ ਜਾ। ਮੈਂ ਕਿਹਾ, ਮੈਂ ਕਿਤੇ ਨਹੀਂ ਜਾ ਰਹੀ। ਮੈਨੂੰ ਇਹ ਦੱਸੋ ਕਿ ਤੁਸੀਂ ਸਾਰੀ ਰਾਤ ਕਿੱਥੇ ਸੀ? ਮੈਂ ਸਾਰੀ ਰਾਤ ਇਕੱਲੀ ਹੀ ਘਰ ਵਿੱਚ ਰਹਿੰਦੀ ਹਾਂ। ਤੁਹਾਡੇ ਕੋਲ ਮੇਰੇ ਲਈ ਸਮਾਂ ਨਹੀਂ ਹੈ? ਤੇਰਾ ਕੀ ਮਤਲਬ ਹੈ ਮੈਂ ਸਾਰਾ ਦਿਨ ਘਰ ਵਿੱਚ ਪਿਆ ਰਹਾਂ, ਤੇਰੀ ਜੀ ਹਜ਼ੂਰੀ ਕਰਦਾ ਰਹਾਂ? ਇਹ ਕਹਿ ਕੇ ਉਹ ਕਮਰੇ ਵਿੱਚ ਚਲਾ ਗਿਆ। ਪਿੱਛੇ-ਪਿੱਛੇ ਕਮਰੇ ਵਿੱਚ ਮੈਂ ਵੀ ਚਲੀ ਗਈ। ਸੋਫੇ 'ਤੇ ਬੈਠਾ ਮੋਬਾਈਲ ਚਲਾ ਰਿਹਾ ਸੀ। ਮੈਨੂੰ ਉਸ ਨੂੰ ਦੇਖ ਕੇ ਬਹੁਤ ਗੁੱਸਾ ਆਇਆ ਕਿ ਮੇਰੀ ਰਾਤ ਦੀ ਨੀਂਦ ਹਰਾਮ ਕਰਕੇ ਉਹ ਬੈਠਾ ਹੈ। ਹੁਣ ਤਾਂ ਉਸ ਦਾ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਜਦੋਂ ਵੀ ਉਹ ਘਰ ਆਉਂਦਾ, ਉਸ ਦੇ ਕੱਪੜੇ ਫਟੇ ਹੁੰਦੇ, ਕਦੀ ਕਮੀਜ਼ ਦੇ ਬਟਨ ਟੁੱਟੇ ਹੁੰਦੇ ਤੇ ਕਦੀ ਕਾਲਰ ਫਟਿਆ ਹੁੰਦਾ। ਮੈਨੂੰ ਹੁਣ ਉਸ 'ਤੇ ਸ਼ੱਕ ਹੋਣ ਲੱਗਿਆ ਸੀ ਕਿ ਉਹ ਪੱਕਾ ਬਾਜ਼ਾਰੂ ਔਰਤਾਂ ਕੋਲ ਜਾਂਦਾ ਹੈ। ਉਸ ਦੀ ਜੇਬ ਵਿੱਚੋਂ ਅਜੀਬ ਚੀਜ਼ਾਂ ਮਿਲਦੀਆਂ ਸੀ। ਮੈਨੂੰ ਉਹ ਧੋਖਾ ਦੇ ਰਿਹਾ ਸੀ। ਮੈਂ ਉਸ ਦੀ ਹਰਕਤਾਂ ਤੋਂ ਬਹੁਤ ਪਰੇਸ਼ਾਨ ਸੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੀ ਸੀ। ਲੋਕਾਂ ਦੀਆਂ ਨਜ਼ਰਾਂ ਵਿੱਚ ਮੇਰਾ ਘਰਵਾਲਾ ਬਹੁਤ ਚੰਗਾ ਤੇ ਸ਼ਰੀਫ ਸੀ। ਉਸ ਨੂੰ ਬਹੁਤ ਸ਼ਰੀਫ ਮੰਨਦੇ ਸੀ, ਉਸ ਦੀ ਇੱਜ਼ਤ ਕਰਦੇ ਸੀ। ਪਰ ਘਰ ਵਿੱਚ ਇਸ ਦਾ ਬਿਲਕੁਲ ਹੀ ਉਲਟਾ ਸੀ। ਉਹ ਹਰ ਸਮੇਂ ਗੁੱਸੇ ਵਿੱਚ ਹੀ ਰਹਿੰਦਾ ਸੀ। ਇੱਕ ਦਿਨ ਮੈਂ ਉਸ ਦੇ ਕੱਪੜੇ ਧੋ ਰਹੀ ਸੀ। ਉਸ ਦੀ ਜੇਬ ਵਿੱਚੋਂ ਮੈਨੂੰ ਕੁਝ ਅਜੀਬ ਚੀਜ਼ ਮਿਲੀ। ਮੈਂ ਆਪਣੇ ਘਰਵਾਲੇ ਨੂੰ ਪੁੱਛਿਆ। ਉਹ ਘਬਰਾ ਗਿਆ ਤੇ ਬੋਲਿਆ ਕਿ ਤੂੰ ਮੇਰੇ 'ਤੇ ਸ਼ੱਕ ਕਰਦੀ ਹੈ? ਤੂੰ ਮੇਰੀ ਜਾਸੂਸੀ ਕਰਦੀ ਹੈ? ਮੈਂ ਕਿਹਾ, ਤੂੰ ਇਨਸਾਨ ਨਹੀਂ, ਜਾਨਵਰ ਹੈ। ਉਹ ਮੈਨੂੰ ਬੋਲਿਆ ਕਿ ਮੇਰੇ ਅੱਗੇ ਜ਼ਬਾਨ ਨਾ ਲੜਾ। ਉਸ ਨੇ ਕਿਹਾ ਕਿ ਜੇ ਤੂੰ ਇੱਕ ਵੀ ਸਵਾਲ ਹੁਣ ਕੀਤਾ ਤਾਂ ਮੈਂ ਤੇਰੀ ਜਾਨ ਲੈ ਲੈਣੀ ਹੈ। ਮੈਂ ਡਰ ਗਈ ਤੇ ਮੈਂ ਆਪਣੇ ਬਚਾਅ ਲਈ ਡੰਡਾ ਚੁੱਕ ਲਿਆ। ਜਾਣੇ ਅਣਜਾਣੇ ਵਿੱਚ ਮੈਂ ਉਸ ਦੇ ਸਿਰ 'ਤੇ ਡੰਡਾ ਮਾਰ ਦਿੱਤਾ। ਉਸ ਦੇ ਸਿਰ ਵਿੱਚੋਂ ਬਹੁਤ ਖੂਨ ਨਿਕਲਿਆ। ਸਾਰਾ ਫਰਸ਼ ਖੂਨ ਨਾਲ ਭਰ ਗਿਆ ਸੀ ਤੇ ਉਹ ਆਪ ਵੀ ਨੀਚੇ ਗਿਰ ਗਿਆ ਸੀ। ਸਾਡੇ ਪੜੋਸੀਆਂ ਨੂੰ ਸ਼ਾਇਦ ਸਾਡੀ ਲੜਾਈ ਦਾ ਪਤਾ ਲੱਗ ਗਿਆ ਸੀ ਅਤੇ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਸੀ। ਮੈਨੂੰ ਜਦੋਂ ਪੁਲਿਸ ਦੀ ਗੱਡੀ ਦੀ ਆਵਾਜ਼ ਸੁਣੀ, ਫਿਰ ਮੈਨੂੰ ਹੋਸ਼ ਆਇਆ। ਮੇਰਾ ਘਰਵਾਲਾ ਮ੍ਰਿਤਕ ਸਰੀਰ ਵਿੱਚ ਜ਼ਮੀਨ 'ਤੇ ਪਿਆ ਸੀ। ਇੰਨੇ ਨੂੰ ਪੁਲਿਸ ਆ ਗਈ ਤੇ ਮੈਨੂੰ ਅਰੈਸਟ ਕਰ ਲਿਆ ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉੱਥੇ ਮੈਨੂੰ ਇੱਕ ਬੁੱਢੀ ਔਰਤ ਮਿਲੀ। ਉਹ ਬਹੁਤ ਅਜੀਬ ਸੀ। ਮੈਨੂੰ ਉਸ ਤੋਂ ਡਰ ਲੱਗਦਾ ਸੀ। ਕਦੀ ਉਹ ਉੱਚੀ-ਉੱਚੀ ਹੱਸਣ ਲੱਗ ਜਾਂਦੀ ਤੇ ਕਦੀ ਰੋਣ ਲੱਗ ਜਾਂਦੀ ਸੀ। ਸ਼ਾਇਦ ਉਸ ਨੇ ਵੀ ਕਿਸੇ ਦਾ ਕਤਲ ਕੀਤਾ ਸੀ। ਮੈਨੂੰ ਤਾਂ ਉਹ ਪਾਗਲ ਲੱਗਦੀ ਸੀ, ਪਰ ਉਹ ਪਾਗਲ ਹੈ ਨਹੀਂ ਸੀ। ਪਰ ਏਦਾਂ ਦਾ ਕੁਝ ਨਹੀਂ ਸੀ। ਸ਼ੁਰੂ ਵਿੱਚ ਮੈਨੂੰ ਜੇਲ੍ਹ ਵਿੱਚ ਨੀਂਦ ਨਹੀਂ ਆਉਂਦੀ ਸੀ। ਮੈਂ ਸਾਰੀ ਰਾਤ ਜਾਗਦੀ ਰਹਿੰਦੀ ਸੀ। ਮੈਨੂੰ ਉਸ ਬੁੱਢੀ ਔਰਤ ਤੋਂ ਡਰ ਲੱਗਦਾ ਸੀ ਕਿ ਕਿਤੇ ਮੇਰੇ 'ਤੇ ਹਮਲਾ ਨਾ ਕਰ ਦੇਵੇ, ਪਰ ਮੈਂ ਕਦੋਂ ਤੱਕ ਉਸ ਤੋਂ ਡਰਦੀ। ਮੈਂ ਉਸ ਤੋਂ ਡਰਨਾ ਛੱਡ ਦਿੱਤਾ।
ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਜ਼ਿੰਦਗੀ ਹੁਣ ਇੱਥੇ ਹੀ ਕੱਟਣੀ ਹੈ ਤੇ ਸ਼ਾਇਦ ਉਸ ਬੁੱਢੀ ਔਰਤ ਦੀ ਵੀ। ਹੋ ਸਕਦਾ ਹੈ ਉਹ ਮੇਰੇ ਨਾਲ ਰਹੇ, ਇਸ ਲਈ ਮੈਂ ਹਿੰਮਤ ਕੀਤੀ ਤੇ ਉਸ ਤੋਂ ਡਰਨਾ ਛੱਡ ਦਿੱਤਾ ਸੀ। ਮੈਂ ਹਮੇਸ਼ਾ ਆਪਣੇ ਘਰਵਾਲੇ ਦੀਆਂ ਹਰਕਤਾਂ ਬਾਰੇ ਸੋਚਦੀ ਸੀ। ਦਿਨ ਬੀਤ ਰਹੇ ਸਨ, ਇੱਕ ਗੱਲ ਬਹੁਤ ਅਜੀਬ ਸੀ। ਉਹ ਬੁੱਢੀ ਔਰਤ ਇੱਕ ਫੋਟੋ ਨੂੰ ਦੇਖ ਕੇ ਰੋਂਦੀ ਰਹਿੰਦੀ ਸੀ। ਕਈ-ਕਈ ਘੰਟੇ ਉਹ ਬੁੱਢੀ ਔਰਤ ਉਸ ਫੋਟੋ ਨੂੰ ਦੇਖ ਕੇ ਰੋਂਦੀ। ਮੇਰਾ ਸ਼ੱਕ ਦਿਨ-ਬ-ਦਿਨ ਵੱਧ ਰਿਹਾ ਸੀ ਕਿ ਉਸ ਤੋਂ ਫੋਟੋ ਲੈ ਕੇ ਦੇਖਾਂ, ਪਰ ਉਹ ਮੈਨੂੰ ਇੰਨੀ ਅਜੀਬ ਨਜ਼ਰ ਨਾਲ ਵੇਖਦੀ ਕਿ ਮੈਂ ਡਰ ਜਾਂਦੀ ਸੀ ਅਤੇ ਇਹ 4 ਦਿਨ ਉਹ ਕੱਢ ਦਿੰਦੀ। ਇੱਕ ਦਿਨ ਉਹ ਬੁੱਢੀ ਔਰਤ ਕੁਝ ਬੁੜ-ਬੁੜ ਕਰ ਰਹੀ ਸੀ ਤੇ ਰੋ ਰਹੀ ਸੀ ਤੇ ਕਹਿ ਰਹੀ ਸੀ, ਮੈਨੂੰ ਮਾਫ਼ ਕਰ ਦੇ, ਵਾਪਸ ਆ ਜਾ, ਤੈਨੂੰ ਰੱਬ ਦਾ ਵਾਸਤਾ ਵਾਪਸ ਆ ਜਾ। ਮੈਂ ਬੜੇ ਧਿਆਨ ਨਾਲ ਉਸ ਦੀ ਗੱਲ ਸੁਣਨ ਦੀ ਕੋਸ਼ਿਸ਼ ਕੀਤੀ ਕਿ ਔਰਤ ਫੋਟੋ ਨਾਲ ਕੀ ਗੱਲਾਂ ਕਰ ਰਹੀ ਹੈ। ਆਖਿਰ ਇਹ ਕੌਣ ਸੀ? ਅਜਿਹਾ ਕੀ ਹੋਇਆ ਸੀ ਇਸ ਦੀ ਜ਼ਿੰਦਗੀ ਵਿੱਚ ਕਿ ਇਸ ਨੇ ਸੱਚੀ ਕਿਸੇ ਦਾ ਕਤਲ ਕੀਤਾ ਸੀ? ਮੈਂ ਸੋਚਿਆ ਕਿ ਕਿਉਂ ਨਾ ਇਸ ਤੋਂ ਪੁੱਛ ਲਵਾਂ। ਮੈਂ ਆਪਣੀ ਥਾਂ ਤੋਂ ਉੱਠੀ ਤੇ ਉਸ ਬੁੱਢੀ ਔਰਤ ਕੋਲ ਜਾ ਕੇ ਬਹਿ ਗਈ। ਉਹ ਇੱਕਦਮ ਮੇਰੇ ਤੇ ਹੱਲਾ ਬੋਲ ਦਿੱਤਾ। ਉਸ ਦੀ ਅਚਾਨਕ ਕੀਤੀ ਇਸ ਹਰਕਤ ਤੋਂ ਮੈਂ ਡਰ ਗਈ ਅਤੇ ਮਸਾਂ ਆਪਣੇ ਆਪ ਨੂੰ ਸੰਭਾਲਿਆ। ਡਰ ਕੇ ਮੈਂ ਗਿਰ ਗਈ ਤੇ ਮੇਰੀ ਪਿੱਠ ਤੇ ਸੱਟ ਲੱਗ ਗਈ ਸੀ। ਮੈਂ ਆਪਣੇ ਆਪ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਫਲ ਨਾ ਹੋਈ। ਮੈਂ ਰੌਲਾ ਪਾਉਣ ਲੱਗੀ ਕਿ ਮੇਰੀ ਮਦਦ ਕਰੋ। ਮੇਰੀ ਆਵਾਜ਼ ਸੁਣ ਕੇ ਲੇਡੀ ਕਾਂਸਟੇਬਲ ਆਈ ਅਤੇ ਮੈਨੂੰ ਉਸ ਬੁੱਢੀ ਤੋਂ ਛੁਡਵਾਇਆ। ਉਹ ਮੇਰੇ ਵੱਲ ਏਦਾਂ ਦੇਖ ਰਹੀ ਸੀ ਜਿੱਦਾਂ ਮੈਨੂੰ ਖਾ ਜਾਵੇਗੀ। ਇੱਕ ਲੇਡੀ ਕਾਂਸਟੇਬਲ ਨੇ ਉਹਨੂੰ ਫੜਿਆ ਸੀ, ਪਰ ਮੈਨੂੰ ਸਮਝ ਨਹੀਂ ਆਇਆ ਸੀ ਕਿ ਉਹ ਮੇਰੇ ਵੱਲ ਏਦਾਂ ਕਿਉਂ ਦੇਖ ਰਹੀ ਸੀ। ਉਹਨੇ ਮੇਰੇ ਨਾਲ ਏਦਾਂ ਕਿਉਂ ਕੀਤਾ ਸੀ? ਮੈਨੂੰ ਚੱਕਰ ਆਉਣ ਲੱਗੇ ਸੀ, ਮੇਰਾ ਦਿਲ ਘਬਰਾ ਰਿਹਾ ਸੀ ਤੇ ਇੰਜ ਲੱਗਦਾ ਸੀ ਜਿਵੇਂ ਮੈਂ ਬੇਹੋਸ਼ ਹੋ ਜਾਵਾਂਗੀ। ਮੈਂ ਬਹੁਤ ਮੁਸ਼ਕਲ ਨਾਲ ਜ਼ਮੀਨ ਤੇ ਬੈਠੀ ਸੀ। ਉਹ ਮੈਨੂੰ ਘੂਰ ਕੇ ਦੇਖ ਰਹੀ ਸੀ। ਮੈਂ ਉਸ ਨੂੰ ਦੇਖ ਕੇ ਅੱਖਾਂ ਬੰਦ ਕਰ ਲਈਆਂ, ਪਰ ਪਤਾ ਨਹੀਂ ਕਦੋਂ ਨੀਂਦ ਆ ਗਈ। ਜੇਲ੍ਹ ਵਿੱਚੋਂ ਲਾਈਟ ਚਲੀ ਗਈ ਤੇ ਰੋਟੀ ਖਾਣ ਦਾ ਰੌਲਾ ਪਿਆ ਤਾਂ ਮੇਰੀ ਅੱਖ ਖੁੱਲ੍ਹੀ। ਰਾਤ ਦੀ ਮੇਰੀ ਸਿਹਤ ਖਰਾਬ ਸੀ। ਮੈਂ ਸੋਚਿਆ ਕਿ ਡਰ ਕੇ ਭੁੱਖ ਕਰਕੇ ਮੇਰਾ ਇਹ ਹਾਲ ਹੈ। ਇੱਕ ਲੇਡੀ ਕਾਂਸਟੇਬਲ ਮੇਰੇ ਲਈ ਰੋਟੀ ਲੈ ਕੇ ਆਈ। ਮੈਂ ਥੋੜ੍ਹਾ ਜਿਹਾ ਖਾਣਾ ਖਾਇਆ ਤੇ ਲੇਟ ਗਈ। ਮੈਂ ਉਸ ਔਰਤ ਵੱਲ ਦੇਖਿਆ। ਉਹ ਹਾਲੇ ਵੀ ਉਹੀ ਫੋਟੋ ਲਈ ਬੈਠੀ ਸੀ। ਮੈਂ ਆਪਣਾ ਧਿਆਨ ਪਰੇ ਕਰਨ ਲਈ ਆਪਣੇ ਹੱਥਾਂ ਵੱਲ ਦੇਖਿਆ ਤਾਂ ਉਸ ਦੇ ਨਹੁਆਂ ਦੇ ਨਿਸ਼ਾਨ ਸੀ। ਮੈਂ ਉਸ ਤੋਂ ਹੁਣ ਵੀ ਡਰ ਰਹੀ ਸੀ ਤੇ ਉਹ ਬੁੱਢੀ ਔਰਤ ਮੇਰੇ ਵੱਲ ਦੇਖ ਕੇ ਉੱਚੀ-ਉੱਚੀ ਹੱਸਣ ਲੱਗੀ। ਉਹ ਬੜੇ ਅਜੀਬ ਤਰੀਕੇ ਨਾਲ ਮੇਰੇ ਵੱਲ ਦੇਖ ਕੇ ਹੱਸ ਰਹੀ ਸੀ। ਲੱਗਦਾ ਸੀ ਜਿਵੇਂ ਫੇਰ ਮੇਰੇ ਤੇ ਹਮਲਾ ਕਰੂਗੀ। ਮੈਂ ਡਰ ਕੇ ਕੰਧ ਨਾਲ ਲੱਗ ਕੇ ਬਹਿ ਗਈ। ਉਸਨੇ ਕਿਹਾ ਕਿ ਤੂੰ ਡਰ ਨਾ, ਬਹਿ ਜਾ, ਹਾਲੇ ਤੇਰਾ ਸਮੇਂ ਨਹੀਂ ਆਇਆ। ਉਹ ਬੁੱਢੀ ਔਰਤ ਮੈਨੂੰ ਕਹਿਣ ਲੱਗੀ, ਤੂੰ ਡਰ ਨਾ, ਤੇਰਾ ਹਾਲੇ ਸਮਾਂ ਨਹੀਂ ਹੋਇਆ। ਮੇਰਾ ਤਾਂ ਸਾਹ ਰੁਕ ਰਿਹਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇੱਥੋਂ ਕਿਤੇ ਦੂਰ ਚਲੀ ਜਾਵਾਂ। ਮੇਰੇ ਚਾਹਣ ਨਾਲ ਕੀ ਹੁੰਦਾ ਹੈ? ਮੈਂ ਤਾਂ ਇੱਥੇ ਫਸ ਗਈ ਸੀ। ਮੈਂ ਜੇਲ੍ਹ ਵਿੱਚ ਬਣੀ ਛੋਟੀ ਜਿਹੀ ਖਿੜਕੀ ਰਾਹੀਂ ਬਾਹਰ ਆਸਮਾਨ ਨੂੰ ਦੇਖ ਰਹੀ ਸੀ। ਆਸਮਾਨ ਵਰਗੀ ਸਿਆਹੀ ਮੇਰੀ ਜ਼ਿੰਦਗੀ ਵਿੱਚ ਵੀ ਆ ਗਈ ਸੀ। ਮੇਰੀ ਜ਼ਿੰਦਗੀ ਵਿੱਚ ਹਨੇਰੇ ਹੀ ਸੀ। ਮੈਂ ਉਮੀਦ ਛੱਡ ਚੁੱਕੀ ਸੀ। ਮੈਂ ਸਭ ਰੱਬ ਤੇ ਛੱਡ ਦਿੱਤਾ ਸੀ। ਮੈਂ ਸੋਚ ਰਹੀ ਸੀ ਕਿ ਜੇਕਰ ਸਾਬਤ ਹੋ ਗਿਆ ਕਿ ਮੈਂ ਆਪਣੇ ਘਰਵਾਲੇ ਦਾ ਕਤਲ ਆਪਣੇ ਚਾਅ ਲਈ ਕੀਤਾ ਸੀ, ਮੈਨੂੰ ਅਦਾਲਤ ਨੇ ਬਾਇਜ਼ਤ ਬਰੀ ਕਰ ਦਿੱਤਾ, ਤਾਂ ਮੈਂ ਕਿੱਥੇ ਜਾਵਾਂਗੀ? ਕੀ ਇਹ ਸਮਾਜ ਮੈਨੂੰ ਕਬੂਲ ਲਵੇਗਾ? ਕੀ ਮੈਂ ਇੱਜ਼ਤ ਭਰੀ ਜ਼ਿੰਦਗੀ ਜਿਉ ਸਕਾਂਗੀ? ਨਹੀਂ, ਕਦੀ ਨਹੀਂ। ਹਰ ਗੱਲ ਦਾ ਜਵਾਬ ਮੈਨੂੰ ਹੀ ਨਾ ਵਿੱਚ ਮਿਲ ਰਿਹਾ ਸੀ। ਮੇਰੀ ਹੁਣ ਦਿਮਾਗੀ ਹਾਲਤ ਵੀ ਖਰਾਬ ਹੋ ਰਹੀ ਸੀ। ਦਿਨ ਗੁਜ਼ਰ ਰਹੇ ਸਨ, ਮੇਰੀ ਤਬੀਅਤ ਖਰਾਬ ਰਹਿੰਦੀ ਸੀ, ਪਰ ਮੈਂ ਡਾਕਟਰ ਨੂੰ ਦਿਖਾਉਣ ਲਈ ਰਾਜ਼ੀ ਨਹੀਂ ਸੀ। ਮੈਨੂੰ ਮਹਿਸੂਸ ਹੁੰਦਾ ਸੀ ਕਿ ਮੈਂ ਮਰ ਜਾਣਾ ਹੈ। ਇੱਕ ਦਿਨ ਉਹ ਬੁੱਢੀ ਔਰਤ ਮੈਥੋਂ ਥੋੜ੍ਹੀ ਦੂਰੀ ਤੇ ਆ ਕੇ ਬਹਿ ਗਈ। ਮੈਂ ਉਸ ਤੋਂ ਪਿੱਛੇ ਹਟ ਗਈ। ਉਹ ਮੈਨੂੰ ਦੇਖ ਕੇ ਹੱਸਣ ਲੱਗੀ। ਉਸ ਦੀ ਹਾਸੀ ਬਹੁਤ ਖਤਰਨਾਕ ਸੀ। ਉਸ ਦੀ ਹਾਸੀ ਮੇਰੇ ਕੰਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ। ਇੱਕ ਤਾਂ ਮੇਰੀ ਤਬੀਅਤ ਪਹਿਲਾਂ ਹੀ ਖਰਾਬ ਸੀ ਤੇ ਉੱਤੋਂ ਮੈਨੂੰ ਉਹ ਡਰਾ ਰਹੀ ਸੀ। ਉਸ ਦੀ ਹਾਸੀ ਮੇਰੇ ਦਿਮਾਗ ਦੀਆਂ ਨਸਾਂ ਫਟ ਰਹੀਆਂ ਸੀ। ਮੈਂ ਆਪਣੇ ਕੰਨਾਂ ਤੇ ਹੱਥ ਰੱਖ ਲਿਆ। ਉਹ ਮੇਰੇ ਕੋਲ ਆ ਕੇ ਕਹਿਣ ਲੱਗੀ ਕਿ ਤੂੰ ਤਾਂ ਉਸ ਤੋਂ ਵੀ ਕਮਜ਼ੋਰ ਤੇ ਡਰਪੋਕ ਨਿਕਲੀ। ਮੈਨੂੰ ਉਸ ਦੀ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਸ ਦੇ ਬਾਰੇ ਗੱਲ ਕਰ ਰਹੀ ਹੈ। ਮੈਂ ਡਰ ਰਹੀ ਸੀ ਕਿ ਕਿਤੇ ਇਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਮੈਂ ਆਪਣੇ ਆਲੇ-ਦੁਆਲੇ ਵੇਖਿਆ। ਮੈਨੂੰ ਆਪਣੇ ਬਚਾਵ ਲਈ ਕੁਝ ਨਜ਼ਰ ਨਹੀਂ ਆਇਆ। ਖੈਰ, ਉਦਣ ਦਾ ਦਿਨ ਬੀਤ ਗਿਆ। ਹੁਣ ਅਕਸਰ ਮੇਰੇ ਪੇਟ ਵਿੱਚ ਦਰਦ ਰਹਿੰਦਾ। ਤਬੀਅਤ ਠੀਕ ਨਾ ਰਹਿੰਦੀ। ਮੈਨੂੰ ਜੇਲ੍ਹ ਦੇ ਹੀ ਇੱਕ ਡਾਕਟਰ ਨੂੰ ਦਿਖਾਇਆ ਗਿਆ। ਉਸ ਨੇ ਮੈਨੂੰ ਖੁਸ਼ਖਬਰੀ ਸੁਣਾਈ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਨੂੰ ਹੋਰ ਵੀ ਟੈਨਸ਼ਨ ਹੋ ਗਈ ਸੀ, ਖੁਸ਼ ਹੋਵਾਂ ਜਾਂ ਉਦਾਸ ਹੋਵਾਂ, ਕਿਉਂਕਿ ਮੈਨੂੰ ਡਰ ਸੀ
ਕਿ ਇਹ ਬੁੱਢੀ ਔਰਤ ਮੇਰੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਦੇਵੇ। ਮੈਂ ਬੁਰੀ ਤਰ੍ਹਾਂ ਕੰਬ ਗਈ ਸੀ। ਮੈਨੂੰ ਆਪਣੇ ਤੋਂ ਜ਼ਿਆਦਾ ਆਪਣੇ ਬੱਚੇ ਦੀ ਚਿੰਤਾ ਸੀ। ਮੈਂ ਸੋਚ ਲਿਆ ਸੀ ਕਿ ਮੈਂ ਆਪਣਾ ਧਿਆਨ ਵਧੀਆ ਤਰੀਕੇ ਨਾਲ ਰੱਖਾਂਗੀ। ਚੈੱਕ ਤੋਂ ਬਾਅਦ ਮੈਨੂੰ ਵਾਪਸ ਲੈ ਆਏ। ਮੈਂ ਅੰਦਰ ਆ ਕੇ ਬੈਠ ਗਈ। ਮੈਂ ਜੇਲ੍ਹ ਵਿੱਚ ਬਣੀ ਛੋਟੀ ਜਿਹੀ ਖਿੜਕੀ ਦੇਖ ਰਹੀ ਸੀ, ਜਿਸ ਵਿੱਚੋਂ ਸੂਰਜ ਦੀ ਰੌਸ਼ਨੀ ਹਲਕੀ ਵਿਖਾਈ ਦਿੰਦੀ ਸੀ। ਉਦੋਂ ਮੈਨੂੰ ਧਿਆਨ ਆਇਆ ਕਿ ਉਹ ਬੁੱਢੀ ਔਰਤ ਮੈਨੂੰ ਕੁਝ ਕਹਿ ਰਹੀ ਸੀ ਕਿ ਇਹ ਛੋਟੀ ਜਿਹੀ ਖਿੜਕੀ ਰਾਹੀਂ ਆਉਣ ਦੀ ਰੌਸ਼ਨੀ ਤੈਨੂੰ ਸਿਰਫ ਸਮੇਂ ਬਾਰੇ ਦੱਸ ਸਕਦੀ ਹੈ। ਉਸ ਨੇ ਕਿਹਾ ਕਿ ਜੇ ਇਹਨੂੰ ਇਹ ਲੱਗਦਾ ਹੈ ਕਿ ਛੋਟੀ ਜਿਹੀ ਖਿੜਕੀ ਤੈਨੂੰ ਰਾਹਤ ਦੇਵੇਗੀ ਤਾਂ ਤੇਰੀ ਭੁੱਲ ਹੈ। ਉਹ ਕਹਿੰਦੇ-ਕਹਿੰਦੇ ਹੱਸਣ ਲੱਗੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਕੀ ਲੱਗਦਾ ਹੈ ਕਿ ਮੈਂ ਇੱਥੋਂ ਭੱਜਣਾ ਚਾਹੁੰਦੀ ਹਾਂ? ਉਸ ਨੇ ਕਿਹਾ ਕਿ ਮਨਹੂਸ ਔਰਤ ਤੇ ਛੋਟੀ ਖਿੜਕੀ ਤੈਨੂੰ ਭੱਜਣ ਦਾ ਰਾਹ ਨਹੀਂ ਦੇਵੇਗੀ, ਤੇ ਫੇਰ ਹੱਸਣ ਲੱਗੀ। ਮੈਨੂੰ ਲੱਗਿਆ ਕਿ ਇਸ ਨੂੰ ਦੌਰੇ ਪੈਂਦੇ ਹਨ। ਮੈਂ ਇੱਕ ਪਾਸੇ ਬੈਠ ਗਈ ਤੇ ਉਹ ਬਹੁਤ ਦੇਰ ਤੱਕ ਹੱਸਦੀ ਰਹੀ। ਰਾਤ ਦਾ ਪਤਾ ਨਹੀਂ ਕਿਹੜਾ ਸਮਾਂ ਸੀ। ਮੇਰੀ ਅੱਖ ਉਸ ਬੁੱਢੀ ਔਰਤ ਦੀਆਂ ਸਿਸਕੀਆਂ ਨਾਲ ਖੁੱਲ੍ਹੀ। ਮੈਂ ਦੇਖਿਆ ਉਹ ਤਸਵੀਰ ਨੂੰ ਹੱਥ ਵਿੱਚ ਲੈ ਕੇ ਰੋ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਵਗ ਰਹੇ ਸੀ। ਉਹ ਆਪਣੀਆਂ ਅੱਖਾਂ ਨੂੰ ਚੁੰਨੀ ਨਾਲ ਰਗੜ ਕੇ ਸਾਫ਼ ਕਰ ਰਹੀ ਸੀ। ਜੇਲ੍ਹ ਦੇ ਬਾਹਰ ਇੱਕ ਛੋਟੀ ਜਿਹੀ ਲਾਈਟ ਚੱਲ ਰਹੀ ਸੀ। ਮੈਂ ਉਸ ਵੱਲ ਜਾਣ ਲੱਗੀ ਤੇ ਮੈਨੂੰ ਉਸ ਬੁੱਢੀ ਦੀ ਗੱਲ ਯਾਦ ਆ ਗਈ। ਮੈਂ ਦੁਬਾਰਾ ਆਪਣੇ ਥਾਂ ਤੇ ਆ ਕੇ ਬੈਠ ਗਈ ਸੀ। ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਉਹ ਫੋਟੋ ਦੇਖਾਂ ਜਿਸ ਨੂੰ ਬੁੱਢੀ ਔਰਤ ਦੇਖ ਕੇ ਰੋਂਦੀ ਸੀ। ਇਸ ਲਈ ਮੈਂ ਚੁੱਪਚਾਪ ਆਪਣੀ ਥਾਂ ਤੇ ਬਹਿਣਾ ਹੀ ਬਿਹਤਰ ਸਮਝਿਆ। ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਹੋ ਰਹੀ ਸੀ। ਮੇਰਾ ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਮੇਰੇ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਮੈਂ ਉਸ ਬੁੱਢੀ ਔਰਤ ਨੂੰ ਆਵਾਜ਼ ਦਿੱਤੀ ਕਿ ਮੈਨੂੰ ਪਾਣੀ ਪਿਲਾ ਦਿਓ, ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਬੁੱਢੀ ਔਰਤ ਮੇਰੇ ਵੱਲ ਪਾਣੀ ਦਾ ਗਲਾਸ ਲੈ ਕੇ ਆ ਰਹੀ ਸੀ। ਉਸ ਨੇ ਪਾਣੀ ਮੇਰੇ ਮੂੰਹ ਉੱਤੇ ਪਾ ਦਿੱਤਾ। ਕੁਝ ਮੇਰੇ ਮੂੰਹ ਦੇ ਵਿੱਚ ਗਿਆ ਤੇ ਕੁਝ ਮੇਰੇ ਨੱਕ ਵਿੱਚ ਪੈ ਗਿਆ। ਮੈਨੂੰ ਬੁਰੀ ਤਰ੍ਹਾਂ ਹੱਥੂ ਆ ਗਿਆ ਸੀ। ਮੈਂ ਦੇਖਿਆ ਉਹ ਔਰਤ ਉੱਚੀ-ਉੱਚੀ ਜ਼ਮੀਨ ਤੇ ਲੇਟ ਕੇ ਹੱਸ ਰਹੀ ਸੀ ਅਤੇ ਤਾੜੀਆਂ ਮਾਰ ਰਹੀ ਸੀ। ਮੈਨੂੰ ਉਹ ਔਰਤ ਪਾਗਲ ਲੱਗਦੀ ਸੀ। ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ। ਮੈਨੂੰ ਲੱਗ ਰਿਹਾ ਸੀ ਕਿ ਜੇਕਰ ਮੈਂ ਕੁਝ ਦਿਨ ਇਸ ਦੇ ਨਾਲ ਰਹੀ ਤਾਂ ਮੈਂ ਵੀ ਪਾਗਲ ਹੋ ਜਾਵਾਂਗੀ। ਮੇਰੀ ਖਾਂਸੀ ਦੀ ਆਵਾਜ਼ ਸੁਣ ਕੇ ਲੇਡੀ ਕਾਂਸਟੇਬਲ ਅੰਦਰ ਆਈ। ਉਹ ਮੈਨੂੰ ਸਹਾਰਾ ਦੇ ਕੇ ਬਾਹਰ ਲੈ ਕੇ ਗਈ। ਮੇਰੇ ਕੰਨਾਂ ਵਿੱਚ ਹਾਲੇ ਵੀ ਉਸ ਬੁੱਢੀ ਔਰਤ ਦੀ ਹਾਸੀ ਆ ਰਹੀ ਸੀ। ਉਹ ਕਹਿ ਰਹੀ ਸੀ ਕਿ ਤੂੰ ਹਾਲੇ ਨਹੀਂ ਮਰ ਸਕਦੀ। ਤੈਨੂੰ ਮੈਂ ਉਹ ਤਕਲੀਫ਼ ਦੇ ਕੇ ਮਾਰਾਂਗੀ ਜਿਸ ਨਾਲ ਤੂੰ ਮੇਰੀ ਧੀ ਨੂੰ ਮਾਰਿਆ ਹੈ। ਮੇਰੇ ਸਰੀਰ ਵਿੱਚ ਕਰੰਟ ਦੌੜਨ ਲੱਗ ਪਿਆ। ਮੈਂ ਸੋਚਿਆ ਕਿ ਮੈਂ ਇਸ ਦੀ ਧੀ ਨੂੰ ਜਾਣਦੀ ਨਹੀਂ। ਫਿਰ ਮੈਂ ਕਦੋਂ ਇਸ ਦੀ ਧੀ ਨੂੰ ਮਾਰ ਦਿੱਤਾ? ਕੁਝ ਦਿਨਾਂ ਤੋਂ ਇਹ ਹਰਕਤਾਂ ਚੱਲ ਰਹੀਆਂ ਸੀ। ਮੈਂ ਚੁੱਪਚਾਪ ਬੈਠੀ ਉਸ ਦੀਆਂ ਹਰਕਤਾਂ ਵੇਖ ਰਹੀ ਸੀ। ਮੈਨੂੰ ਬਹੁਤ ਸੋਚ ਸੀ ਇਹ ਕਿੱਦਾਂ ਹੋ ਗਿਆ। ਇੱਕ ਦਿਨ ਮੈਂ ਕੋਸ਼ਿਸ਼ ਕੀਤੀ ਤੇ ਉੱਠ ਕੇ ਉਸ ਬੁੱਢੀ ਔਰਤ ਕੋਲ ਗਈ ਤੇ ਫੋਟੋ ਦੇਖਣ ਲਈ ਅੱਗੇ ਹੋਈ ਤਾਂ ਉਸਨੇ ਮੈਨੂੰ ਧੱਕਾ ਦੇ ਦਿੱਤਾ ਸੀ ਤੇ ਇੱਕ ਕੋਨੇ ਵਿੱਚ ਬੈਠ ਗਈ ਤੇ ਜ਼ੋਰ-ਜ਼ੋਰ ਦੀ ਕਹਿਣ ਲੱਗੀ, ਪਰੇ ਹੋ ਜਾ ਮੇਰੇ ਤੋਂ, ਮਨਹੂਸ ਔਰਤ। ਮੇਰੀ ਧੀ ਨੂੰ ਤੂੰ ਮਾਰ ਦਿੱਤਾ ਹੈ ਕਿ ਮੈਨੂੰ ਵੀ ਮਾਰੇਂਗੀ? ਰੱਬ ਕਰੇ ਤੂੰ ਹੀ ਮਰ ਜਾਵੇਂ। ਉਹ ਗੁੱਸੇ ਵਿੱਚ ਉੱਚੀ-ਉੱਚੀ ਬੋਲ ਰਹੀ ਸੀ ਤੇ ਰੋ ਰਹੀ ਸੀ। ਉਸ ਦਾ ਸਰੀਰ ਕੰਬ ਰਿਹਾ ਸੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ ਕਿ ਮੈਂ ਇਸ ਦਾ ਕੀ ਵਿਗਾੜ ਦਿੱਤਾ ਹੈ। ਮੈਂ ਤਾਂ ਉਸ ਔਰਤ ਨੂੰ ਜਾਣਦੀ ਵੀ ਨਹੀਂ ਸੀ। ਆਖਰ ਉਹ ਕਿਸ ਦੀ ਫੋਟੋ ਹੈ ਜਿਸ ਨੂੰ ਉਹ ਦੇਖ ਕੇ ਰੋਂਦੀ ਰਹਿੰਦੀ ਹੈ? ਹੁਣ ਮੈਨੂੰ ਉਹ ਫੋਟੋ ਦੇਖਣਾ ਬਹੁਤ ਜ਼ਰੂਰੀ ਸੀ। ਹੁਣ ਹਰ ਹਾਲਤ ਵਿੱਚ ਮੇਰੇ ਲਈ ਉਹ ਫੋਟੋ ਦੇਖਣਾ ਬਹੁਤ ਜ਼ਰੂਰੀ ਸੀ। ਮੈਨੂੰ ਰਾਤ ਦਾ ਇੰਤਜ਼ਾਰ ਸੀ। ਜਦੋਂ ਰਾਤ ਹੋਈ ਮੈਂ ਉਸ ਬੁੱਢੀ ਔਰਤ ਦੇ ਸਾਹਮਣੇ ਸੌਂ ਗਈ ਅਤੇ ਸੌਣ ਦਾ ਨਾਟਕ ਕਰਨ ਲੱਗੀ। ਜਦੋਂ ਉਸ ਨੂੰ ਲੱਗਿਆ ਕਿ ਮੈਂ ਸੌਂ ਗਈ ਹਾਂ ਤਾਂ ਉਹ ਵੀ ਸੌਂ ਗਈ। ਥੋੜ੍ਹੇ ਚਿਰ ਬਾਅਦ ਮੈਂ ਦੇਖਿਆ ਕਿ ਉਹ ਸੌਂ ਗਈ ਸੀ। ਮੈਂ ਆਰਾਮ ਨਾਲ ਉੱਠ ਕੇ ਉਸ ਕੋਲ ਗਈ ਅਤੇ ਉਹ ਫੋਟੋ ਦੇਖੀ। ਉਹ ਫੋਟੋ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੈਨੂੰ ਉਹ ਜਾਣੀ ਪਛਾਣੀ ਲੱਗ ਰਹੀ ਸੀ, ਪਰ ਯਾਦ ਨਹੀਂ ਆ ਰਿਹਾ ਸੀ ਕਿ ਉਹ ਕੌਣ ਹੈ। ਇੰਨੇ ਨੂੰ ਬੁੱਢੀ ਔਰਤ ਉੱਠ ਗਈ ਔਰ ਮੇਰੇ ਵੱਲ ਦੇਖਣ ਲੱਗੀ। ਮੈਂ ਉਹ ਫੋਟੋ ਉਸ ਥਾਂ ਵਾਪਸ ਰੱਖ ਦਿੱਤੀ ਤੇ ਉੱਥੋਂ ਉੱਠ ਕੇ ਜਾਣ ਲੱਗੀ। ਹਾਲੇ ਮੈਂ ਜਾਣ ਲੱਗੀ ਖੜੀ ਹੋਈ ਸੀ। ਉਹ ਬੁੱਢੀ ਔਰਤ ਨੇ ਮੈਨੂੰ ਪੁੱਛਿਆ, ਜਾਣਦੀ ਹੈ ਇਹ ਕੌਣ ਹੈ? ਮੈਂ ਮੁੜ ਕੇ ਉਸ ਨੂੰ ਦੇਖਿਆ। ਅੱਜ ਉਹ ਮੈਨੂੰ ਨਾਰਮਲ ਲੱਗ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਨਫ਼ਰਤ ਨਹੀਂ, ਕੋਈ ਪੁਰਾਣਾ ਜ਼ਖਮ ਝਲਕਦਾ ਸੀ। ਪਹਿਲਾਂ ਤਾਂ ਮੈਂ ਡਰ ਗਈ ਸੀ ਇਹ ਔਰਤ ਮੈਨੂੰ ਮਾਰ ਨਾ ਦੇਵੇ, ਪਰ ਫਿਰ ਮੈਂ ਹਿੰਮਤ ਕਰਕੇ ਉਸ ਕੋਲ ਬੈਠ ਗਈ ਅਤੇ ਉਹ ਬੋਲਣ ਲੱਗੀ ਕਿ ਤੇਰੇ ਘਰ ਵਾਲੇ ਦਾ ਨਾਂ ਸੁਰੇਸ਼ ਹੈ ਨਾ? ਮੈਂ ਘਬਰਾ ਗਈ ਕਿ ਇਸ ਨੂੰ ਮੇਰੇ ਘਰ ਵਾਲੇ ਦਾ ਨਾਂ ਕਿੱਦਾਂ ਪਤਾ ਹੈ। ਹੁਣ ਮੇਰੇ ਤੇ ਇੱਕ ਰਾਜ ਖੁੱਲ੍ਹਣ ਵਾਲਾ ਸੀ। ਮੈਂ ਉਸ ਨੂੰ ਹਾਂ ਵਿੱਚ ਜਵਾਬ ਦਿੱਤਾ। ਉਸ ਨੇ ਮੈਨੂੰ ਕਿਹਾ, ਦੇਖ ਇਹ ਫੋਟੋ ਮੇਰੀ ਧੀ ਦੀ ਹੈ, ਕਿੰਨੀ ਸੋਹਣੀ ਹੈ, ਮੇਰੇ ਦਿਲ ਦਾ ਟੁਕੜਾ ਹੈ। ਮੇਰੀ ਧੀ ਤੇ ਸੁਰੇਸ਼ ਦੋਨੋਂ ਇਕੱਠੇ ਸਕੂਲ ਵਿੱਚ ਪੜ੍ਹਦੇ ਸਨ। ਉਹਨਾਂ ਵਿੱਚ ਦੋਸਤੀ ਸੀ। ਮੈਂ ਇਸ ਨੂੰ ਦੋਸਤੀ ਹੀ ਸਮਝਦੀ ਰਹੀ। ਮੈਂ ਇਹਨਾਂ ਗੱਲਾਂ 'ਚ ਧਿਆਨ ਨਹੀਂ ਦਿੱਤਾ। ਇੱਕ ਦਿਨ ਮੈਂ ਆਪਣੀ ਧੀ ਨੂੰ ਉਸ ਆਦਮੀ ਲਈ ਤੜਫਦੇ ਦੇਖਿਆ।
ਮੈਂ ਆਪਣੀ ਧੀ ਨੂੰ ਸਮਝਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੀ ਸੀ। ਉਸ ਨੂੰ ਸੁਰੇਸ਼ ਨਾਲ ਪਿਆਰ ਹੋ ਗਿਆ ਸੀ। ਉਹ ਹਰ ਸਮੇਂ ਘਰ ਵਿੱਚ ਉਸ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਸੀ। ਕਿੰਨੇ-ਕਿੰਨੇ ਘੰਟੇ ਉਸ ਨਾਲ ਗੱਲਾਂ ਕਰਦੀ ਰਹਿੰਦੀ, ਪਰ ਸੁਰੇਸ਼ ਨੂੰ ਉਸ ਨਾਲ ਪਿਆਰ ਨਹੀਂ ਸੀ। ਉਹ ਉਸ ਨਾਲ ਟਾਈਮ ਪਾਸ ਕਰ ਰਿਹਾ ਸੀ। ਮੈਂ ਆਪਣੀ ਧੀ ਨੂੰ ਬਹੁਤ ਸਮਝਾਇਆ ਕਿ ਉਸ ਮੁੰਡੇ ਦਾ ਪਿੱਛਾ ਛੱਡ ਦੇ। ਉਹ ਇੱਕ ਅਵਾਰਾ ਮੁੰਡਾ ਹੈ, ਉਹ ਤੈਨੂੰ ਕੁਝ ਨਹੀਂ ਦੇ ਸਕਦਾ। ਜੇਕਰ ਵਿਆਹ ਕਰਵਾ ਵੀ ਲਿਆ ਤਾਂ ਤੈਨੂੰ 2 ਵਕਤ ਦੀ ਰੋਟੀ ਤਾਂ ਦੇ ਦਿਓ, ਪਰ ਇੱਜ਼ਤ ਨਹੀਂ ਦੇਵੇਗਾ। ਉਹ ਤੈਨੂੰ ਹਰ ਸਮੇਂ ਜਲੀਲ ਕਰੂਗਾ। ਮੇਰੀ ਧੀ ਨੇ ਮੇਰੀ ਇੱਕ ਨਾ ਸੁਣੀ। ਇਹ ਸਭ ਕੁਝ ਏਦਾਂ ਹੀ ਚੱਲਦਾ ਰਿਹਾ। ਮੈਂ ਬਦਨਾਮੀ ਦੇ ਡਰ ਤੋਂ ਚੁੱਪ ਰਹੀ। ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਮੇਰੀ ਧੀ ਬਾਰੇ ਕੁਝ ਪਤਾ ਚੱਲੇ। ਦੇਸ਼ ਦੀ ਪੜ੍ਹਾਈ ਪੂਰੀ ਹੋ ਗਈ ਸੀ। ਉਸਨੇ ਕਾਲਜ ਛੱਡ ਦਿੱਤਾ ਤੇ ਮੇਰੀ ਧੀ ਨੂੰ ਵੀ ਛੱਡ ਦਿੱਤਾ ਅਤੇ ਮੇਰੀ ਧੀ ਨੇ ਜੀਣਾ ਹੀ ਛੱਡ ਦਿੱਤਾ। ਜਿਸ ਧੀ ਨੂੰ ਮੈਨੇ ਲਾਡ ਪਿਆਰ ਨਾਲ ਪਾਲ ਲਿਆ ਸੀ, ਉਹ ਜੀਣਾ ਨਹੀਂ ਸੀ ਚਾਹੁੰਦੀ। ਉਹ ਸਾਰਾ ਦਿਨ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਦੀ ਸੀ। ਉਸ ਦੀ ਇਹ ਹਾਲਤ ਮੇਰੇ ਤੋਂ ਦੇਖੀ ਨਹੀਂ ਸੀ ਜਾਂਦੀ। ਉਸ ਨੂੰ ਬਹੁਤ ਚੰਗੇ-ਚੰਗੇ ਰਿਸ਼ਤੇ ਆਏ, ਪਰ ਉਸਨੇ ਮਨਾ ਕਰ ਦਿੱਤਾ। ਮੈਂ ਵੀ ਹਿੰਮਤ ਨਾ ਹਾਰੀ, ਉਸ ਨੂੰ ਸਮਝਾਉਂਦੀ ਰਹੀ। ਫਿਰ ਇੱਕ ਦਿਨ ਪਤਾ ਚੱਲਾ ਕਿ ਸੁਰੇਸ਼ ਨੇ ਵਿਆਹ ਕਰਵਾ ਲਿਆ ਹੈ। ਮੇਰੀ ਧੀ ਬਿਲਕੁਲ ਹੀ ਟੁੱਟ ਚੁੱਕੀ ਸੀ। ਉਹ ਬਹੁਤ ਜ਼ਿਆਦਾ ਉਦਾਸ ਰਹਿਣ ਲੱਗੀ ਸੀ ਕਿ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ। ਉਸ ਨੇ ਮੇਰੇ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ। ਮੇਰੇ ਅਤੇ ਆਪਣੇ ਪਿਓ ਬਾਰੇ ਕੁਝ ਨਾ ਸੋਚਿਆ। ਸਾਨੂੰ ਇਕੱਲੇ ਛੱਡ ਗਈ ਇਸ ਦੁਨੀਆ 'ਤੇ ਤਾਨੇ ਖਾਣ ਨੂੰ। ਉਸ ਨੇ ਇੱਕ ਦਿਨ ਖੁਦਕੁਸ਼ੀ ਕਰ ਲਈ। ਮੈਨੂੰ ਨਹੀਂ ਪਤਾ ਸੀ ਕਿ ਉਹ ਸੁਰੇਸ਼ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਬੱਚਾ ਵੀ ਉਸ ਦੇ ਨਾਲ ਮਰ ਗਿਆ। ਮੇਰਾ ਘਰਵਾਲਾ ਸ਼ਰਮ ਦੇ ਮਾਰੇ ਹੀ ਮਰ ਗਿਆ ਸੀ, ਪਰ ਮੈਨੂੰ ਮੌਤ ਨਹੀਂ ਆਈ। ਮੈਂ ਇਸ ਬੇਦਰਦ ਦੁਨੀਆ ਵਿੱਚ ਇਕੱਲੀ ਰਹਿ ਗਈ ਤੇ ਲੋਕਾਂ ਦੇ ਤਾਨੇ ਸੁਣਦੀ ਮੈਂ ਥੱਕ ਗਈ ਸੀ। ਮੈਂ ਸੋਚਿਆ ਕਿ ਮੈਂ ਸੁਰੇਸ਼ ਤੋਂ ਆਪਣੀ ਧੀ ਦੀ ਮੌਤ ਦਾ ਬਦਲਾ ਲਵਾਂਗੀ। ਮੈਂ ਕੁਝ ਲੋਕਾਂ ਨੂੰ ਪੈਸੇ ਦੇ ਕੇ ਉਸ ਨੂੰ ਗਲਤ ਕੰਮ ਵਿੱਚ ਲਾ ਦਿੱਤਾ। ਉਹ ਤਾਂ ਪਹਿਲਾਂ ਹੀ ਵਿਗੜਿਆ ਸੀ। ਮੈਂ ਚਾਹੁੰਦੀ ਸੀ ਕਿ ਉਹ ਬਰਬਾਦ ਹੋ ਜਾਵੇ, ਉਸ ਦੀ ਸ਼ਾਦੀशुदा ਜ਼ਿੰਦਗੀ ਖਰਾਬ ਹੋ ਜਾਵੇ। ਉਹ ਲੋਕਾਂ ਨੂੰ ਮੂੰਹ ਦਿਖਾਉਣ ਦੇ ਕਾਬਲ ਨਾ ਰਹੇ, ਜਿੱਦਾਂ ਮੈਂ ਨਹੀਂ ਦਿਖਾ ਸਕਦੀ ਸੀ। ਇੱਕ ਦਿਨ ਮੇਰੀ ਨਣਦ ਮੇਰੇ ਘਰ ਆ ਗਈ ਅਤੇ ਮੈਨੂੰ ਮੇਰੀ ਧੀ ਬਾਰੇ ਬਹੁਤ ਕੁਝ ਬੋਲਿਆ। ਮੈਨੂੰ ਬਹੁਤ ਗੁੱਸਾ ਆ ਗਿਆ। ਮੈਂ ਆਪਣੀ ਨਣਦ ਦਾ ਕਤਲ ਕਰ ਦਿੱਤਾ। ਮੈਂ ਜੇਲ੍ਹ ਵਿੱਚ ਆ ਗਈ। ਸੁਰੇਸ਼ ਹੁਣ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਸੀ। ਮੈਨੂੰ ਜੇਲ੍ਹ ਵਿੱਚ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਅਤੇ ਉਹ ਤੂੰ ਕੀਤਾ ਹੈ। ਹੁਣ ਤੂੰ ਵੀ ਜੇਲ੍ਹ ਵਿੱਚ ਆ ਗਈ। ਤੈਨੂੰ ਦੇਖ ਕੇ ਬਹੁਤ ਗੁੱਸਾ ਆਇਆ। ਜੇ ਤੂੰ ਸੁਰੇਸ਼ ਨਾਲ ਵਿਆਹ ਨਾ ਕਰਵਾਇਆ ਹੁੰਦਾ ਤਾਂ ਮੇਰੀ ਧੀ ਮੇਰੇ ਨਾਲ ਹੁੰਦੀ, ਮੇਰਾ ਘਰਵਾਲਾ ਵੀ ਮੇਰੇ ਨਾਲ ਹੁੰਦਾ। ਹੁਣ ਮੈਂ ਤੈਨੂੰ ਦੁੱਖ ਦਿੰਦੇ ਰਹਿਣਾ ਹੈ। ਉਸਨੇ ਕਿਹਾ ਕਿ ਮੈਂ ਆਪਣੀ ਔਲਾਦ ਖੋਈ ਹੈ, ਹੁਣ ਤੂੰ ਵੀ ਆਪਣਾ ਬੱਚਾ ਖੋ ਦੇਣਾ ਹੈ। ਫਿਰ ਤੈਨੂੰ ਪਤਾ ਲੱਗਣਾ ਹੈ ਕਿ ਔਲਾਦ ਦਾ ਦੁੱਖ ਕੀ ਹੁੰਦਾ ਹੈ। ਹੁਣ ਹਲਕੀ ਰੌਸ਼ਨੀ ਆ ਰਹੀ ਸੀ। ਉਹ ਬੋਲਦੀ ਰਹੀ ਤੇ ਮੈਂ ਚੁੱਪ ਸੀ ਅਤੇ ਉਹ ਲੇਟ ਗਈ। ਮੈਂ ਚੁੱਪ ਕਰਕੇ ਆਪਣੀ ਥਾਂ 'ਤੇ ਆ ਗਈ ਸੀ। ਮੈਂ ਬਹੁਤ ਥੱਕ ਗਈ ਸੀ। ਮੈਂ ਸੋਚ ਰਹੀ ਸੀ ਕਿ ਮੇਰਾ ਕੀ ਕਸੂਰ ਹੈ। ਸੁਰੇਸ਼ ਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਜਾਂ ਉਸਨੇ ਆਪਣੇ ਮਾਂ-ਪਿਓ ਦੇ ਕਹੇ ਤੋਂ ਮੇਰੇ ਨਾਲ ਵਿਆਹ ਕਰਵਾਇਆ ਸੀ। ਇਹੀ ਸੋਚਦੇ-ਸੋਚਦੇ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ। ਜਦੋਂ ਮੇਰੀ ਅੱਖ ਖੁੱਲ੍ਹੀ, ਜੇਲ੍ਹ ਵਿੱਚ ਚਾਰੇ ਪਾਸੇ ਰੌਲਾ ਪੈ ਰਿਹਾ ਸੀ। ਮੈਨੂੰ ਇਹ ਸੀ ਕਿ ਸ਼ਾਇਦ ਕੋਈ ਵੱਡਾ ਅਫ਼ਸਰ ਆਇਆ ਹੈ, ਪਰ ਜੋ ਸੀਨ ਮੈਂ ਆਪਣੀ ਅੱਖਾਂ ਨਾਲ ਦੇਖਿਆ, ਮੇਰਾ ਦਿਲ ਦਹਿਲ ਗਿਆ ਸੀ। ਜੇਲ੍ਹ ਦੇ ਇੱਕ ਕੋਨੇ ਵਿੱਚ ਉਹ ਬੁੱਢੀ ਔਰਤ ਖੂਨ ਨਾਲ ਲੱਥ-ਪੱਥ ਪਈ ਸੀ। ਰੰਗ ਨੀਲਾ ਪੈ ਚੁੱਕਾ ਸੀ। ਉਸ ਨੇ ਆਪਣੀ ਗਰਦਨ ਕਿਸੇ ਤੇਜ਼ ਹਥਿਆਰ ਨਾਲ ਕੱਟ ਲਈ ਸੀ। ਕੁਝ ਚਿਰ ਬਾਅਦ ਉੱਥੇ ਪੁਲਿਸ ਵਾਲੇ ਆਏ ਤੇ ਉਸ ਦੀ ਲਾਸ਼ ਨੂੰ ਚੁੱਕ ਕੇ ਲੈ ਗਏ। ਮੈਂ ਬਹੁਤ ਡਰ ਗਈ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਇੱਥੋਂ ਬਾਹਰ ਨਿਕਲ ਜਾਵਾਂ, ਪਰ ਮੇਰਾ ਕੌਣ ਗਵਾਹ ਬਣਦਾ ਕਿ ਮੈਂ ਆਪਣੇ ਘਰਵਾਲੇ ਨੂੰ ਆਪਣੀ ਬਚਾਅ ਵਿੱਚ ਮਾਰਿਆ ਹੈ। ਇਸ ਤਰ੍ਹਾਂ ਹੀ 2 ਮਹੀਨੇ ਬੀਤ ਚੁੱਕੇ ਸਨ। ਮੈਂ ਉਮੀਦ ਛੱਡ ਚੁੱਕੀ ਸੀ। ਮੇਰੀ ਪੇਸ਼ੀ ਦਾ ਸਮਾਂ ਆ ਗਿਆ ਸੀ। ਮੈਨੂੰ ਅਦਾਲਤ ਵਿੱਚ ਲਿਜਾਇਆ ਗਿਆ। ਮੈਂ ਕਟਹਿਰੇ ਵਿੱਚ ਅੱਖਾਂ ਨੀਵੀਆਂ ਕਰੀ ਖੜੀ ਸੀ। ਮੇਰੇ ਬਚਾਵ ਲਈ ਕੋਈ ਗਵਾਹ ਨਹੀਂ ਸੀ। ਮੈਂ ਡਰ ਰਹੀ ਸੀ ਕਿ ਮੇਰਾ ਬੱਚਾ ਅਜਿਹੀ ਥਾਂ ਜਨਮ ਲਵੇਗਾ ਜਿੱਥੇ ਲੋਕ ਜਾਣ ਤੋਂ ਵੀ ਡਰਦੇ ਨੇ। ਮੈਂ ਰੱਬ ਨੂੰ ਕਹਿ ਰਹੀ ਸੀ ਕਿ ਕੋਈ ਚਮਤਕਾਰ ਕਰ ਦੇਵੋ, ਔਰ ਮੈਂ ਜਾਣਦੀ ਸੀ ਕਿ ਮੇਰਾ ਪਰਮਾਤਮਾ ਚਮਤਕਾਰ ਜ਼ਰੂਰ ਕਰੇਗਾ। ਇੰਨੇ ਨੂੰ ਇੱਕ ਕੁੜੀ ਅਦਾਲਤ ਵਿੱਚ ਹੱਥ ਵਿੱਚ ਮੋਬਾਈਲ ਲੈ ਕੇ ਆਈ। ਉਹ ਜੱਜ ਸਾਹਿਬ ਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦੀ ਹਾਂ। ਤਾਂ ਜੱਜ ਸਾਹਿਬ ਨੇ ਕਿਹਾ, ਦਿਖਾਓ। ਫਿਰ ਉਸਨੇ ਇੱਕ ਵੀਡੀਓ ਦਿਖਾਈ। ਉਹ ਕੁੜੀ ਮੇਰੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ। ਮੈਂ ਉਸ ਨੂੰ ਇੱਕ ਅੱਧੀ ਵਾਰੀ ਵੇਖਿਆ ਸੀ। ਫਿਰ ਉਸਨੇ ਕਿਹਾ ਕਿ ਜੱਜ ਸਾਹਿਬ, ਜਿਸ ਦਿਨ ਦੀ ਦੁਰਘਟਨਾ ਹੋਈ ਮੈਂ ਛੱਤ 'ਤੇ ਸੀ। ਮੈਂ ਵੀਡੀਓ ਬਣਾ ਲਈ ਸੀ। ਸੁਰੇਸ਼ ਆਪਣੀ ਘਰਵਾਲੀ ਨੂੰ ਮਾਰਨ ਲਈ ਅੱਗੇ ਵਧਿਆ ਤਾਂ ਉਸ ਦੀ ਘਰਵਾਲੀ ਨੇ ਆਪਣੇ ਬਚਾਵ ਲਈ ਡੰਡਾ ਉਸ ਦੇ ਸਿਰ ਵਿੱਚ ਮਾਰ ਦਿੱਤਾ ਤੇ ਉਹ ਮਰ ਗਿਆ। ਉਸ ਨੇ ਜੋ ਵੀ ਕੀਤਾ ਸੈਲਫ ਡਿਫੈਂਸ ਲਈ ਕੀਤਾ। ਜੱਜ ਸਾਹਿਬ, ਕਿਤੋਂ ਵੀ ਨਹੀਂ ਲੱਗਦਾ ਕਿ ਇਹ ਸੋਚੀ ਸਮਝੀ ਸਾਜ਼ਿਸ਼ ਸੀ।
ਉਹ ਨਸ਼ੇ ਵਿੱਚ ਸੀ ਤੇ ਆਪਣੇ ਆਪ ਦੀ ਹੋਸ਼ ਨਹੀਂ ਸੀ, ਇਸ ਲਈ ਇਹ ਜੋ ਵੀ ਹੋਇਆ ਸੈਲਫ ਡਿਫੈਂਸ ਲਈ ਹੋਇਆ ਅਤੇ ਉਸ ਦੀ ਘਰਵਾਲੀ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ। ਜੱਜ ਸਾਹਿਬ ਨੇ ਸਾਰੇ ਸਬੂਤ ਦੇਖਦੇ ਹੋਏ ਮੈਨੂੰ ਬਰੀ ਕਰ ਦਿੱਤਾ ਸੀ। ਪਿੰਕੀ ਨੂੰ ਰੱਬ ਨੇ ਮੇਰੇ ਲਈ ਭੇਜਿਆ ਸੀ ਅਤੇ ਉਸ ਕੁੜੀ ਨੇ ਇਨਸਾਨੀਅਤ ਦੇ ਨਾਤੇ ਮੇਰੀ ਮਦਦ ਕੀਤੀ ਸੀ। ਅੱਜ ਇਸ ਗੱਲ ਨੂੰ 12 ਸਾਲ ਹੋ ਗਏ। ਮੈਂ ਆਪਣੇ ਮੁੰਡੇ ਨੂੰ ਪਾਲ ਪੋਸ ਕੇ ਵੱਡਾ ਕੀਤਾ। ਮੈਂ ਹੁਣ ਉਸੇ ਘਰ ਵਿੱਚ ਰਹਿੰਦੀ ਹਾਂ ਤੇ ਕਦੀ-ਕਦੀ ਮੈਨੂੰ ਦੁੱਖ ਹੁੰਦਾ ਹੈ ਕਿ ਕਾਸ਼ ਮੈਂ ਆਪਣੇ ਘਰਵਾਲੇ ਨਾਲ ਬੈਠ ਕੇ ਗੱਲ ਕੀਤੀ ਹੁੰਦੀ। ਅੱਜ ਮੇਰੇ ਪੁੱਤ ਦੇ ਸਿਰ ਤੇ ਪਿਓ ਦਾ ਸਾਇਆ ਹੁੰਦਾ। ਮੈਂ ਜੇਲ੍ਹ ਵਿੱਚ ਜੋ ਸਮਾਂ ਗੁਜ਼ਾਰਿਆ ਉਸਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ ਕਿ ਜ਼ਿੰਦਗੀ ਬਹੁਤ ਅਨਮੋਲ ਹੁੰਦੀ ਹੈ। ਇਨਸਾਨ ਕਦੀ-ਕਦੀ ਆਪਣੀ ਜ਼ਿੰਦਗੀ ਤੋਂ ਉਦਾਸ ਹੋ ਜਾਂਦਾ ਹੈ, ਪਰ ਜੇ ਰੱਬ ਤੇ ਯਕੀਨ ਹੋਵੇ ਤਾਂ ਸਭ ਸਹੀ ਹੁੰਦਾ ਹੈ। ਹਾਂਜੀ ਦੋਸਤੋ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ। ਜੇਕਰ ਕਹਾਣੀ ਚੰਗੀ ਲੱਗੇ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਪੰਜਾਬੀ ਵਿਰਸਾ ਕਹਾਣੀਆਂ ਨੂੰ ਸਪੋਰਟ ਜ਼ਰੂਰ ਕਰਿਓ ਤੇ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਆਪਾਂ ਫੇਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।